ਵਾਹਿਗੁਰੂ ਸਾਹਿਬ ਜੀਓ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਜ਼ਰੀ ਮੋਖ ਦੁਆਰ। ਮੂਕ ਉਚਰੈ ਸਾਸਤਰ ਖਟ, ਪਿੰਗ ਗਰਨ ਚੜ੍ਹ ਜਾਇ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਵਾਹਿਗੁਰੂ ਸਾਹਿਬ ਜੀ। ਗਾਵੇ ਕੋ ਤਾਣ, ਹੋਵੇ ਕਿਸੈ ਤਾਣ। ਗਾਵੇ ਕੋ ਦਾਤ, ਜਾਣੈ ਨੀਸਾਨ। ਗਾਵੇ ਕੋ ਗੁਣ ਵਡਿਆਈਆ ਚਾਰ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਗਾਵੇ ਕੋ ਸਾਜ ਕਰੇ ਤਨ ਖੇਹ। ਗਾਵੇ ਕੋ ਜੀ ਲੈ ਫਿਰ ਦੇਹ। ਗਾਵੇ ਕੋ ਜਾਪੈ ਦਿਸੈ ਦੂਰ। ਗਾਵੇ ਕੋ ਵੇਖੈ ਹਾਦਰਾ ਹਦੂਰ। ਕਥ ਨਾ ਕਥੀ ਨ ਆਵੈ ਟੋਟ। ਕਥ ਕਥ ਕਥੀ ਕੋਟਿ ਕੋਟ ਕੋਟ। ਦੇਦਾ ਦੇ ਲੈਦੇ ਥਕ ਪਾਹੇ। ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ। ਨਾਨਕ ਬਿਗਸੈ ਵੇ ਪਰਵਾਹੋ। ਗਾਵੇ ਕੋ ਤਾਣ, ਹੋਵੇ ਕਿਸੈ ਤਾਣ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੇ ਗੁਰੂ ਪਿਆਰੇ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀਓ। ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਸਾਹਿਬਾਨ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਲੜੀਵਾਰ ਕਥਾ ਵਿਚਾਰ ਅੰਮ੍ਰਿਤ ਵੇਲੇ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ ਔਰ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸੁਣ ਕੇ ਆਪਣਾ ਜੀਵਨ ਸਫਲ ਬਣਾ ਰਹੇ ਹਾਂ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 2 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਆਓ ਅੱਜ ਆਪਾਂ ਅੱਗੇ ਤੀਸਰੀ ਪੌੜੀ ਦੀ ਵਿਚਾਰ ਸ਼ੁਰੂ ਹੋਣ ਲੱਗੀ ਹੈ। ਆਓ ਆਪੋ ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਕਰੀਏ ਜੀ। ਗਾਵੇ ਕੋ ਤਾਣ, ਹੋਵੇ ਕਿਸੈ ਤਾਣ। ਸਿੱਧਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਕਿ ਜੇ ਪਰਮੇਸ਼ਰ ਦਾ ਹੁਕਮ ਨਹੀਂ ਕਿਹਾ ਜਾਂਦਾ ਤਾਂ ਉਸ ਵਾਹਿਗੁਰੂ ਜੀ ਦੇ ਪ੍ਰਮਾਤਮਾ ਦੇ ਬਲ ਦੇ ਬਾਰੇ ਦੱਸੋ। ਫਿਰ ਸਿੱਧਾਂ ਨੇ ਇਹ ਵਿਚਾਰ ਸੀ ਉਹਨਾਂ ਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਉਹ ਪਰਮੇਸ਼ਰ ਦੇ ਬਲ ਬਾਰੇ ਦੱਸਣਗੇ
ਤਾਂ ਪ੍ਰਮਾਤਮਾ ਦੇ ਬਲ ਦਾ ਪਤਾ ਲੱਗ ਜੂਗਾ। ਜਿਸ ਤਰ੍ਹਾਂ ਭਲਵਾਨ ਦੇ ਬਲ ਤੋਂ ਪਤਾ ਲੱਗ ਜਾਂਦਾ ਵੀ ਉਹ ਕਿੰਨਾ ਕੁ ਬਲੀ ਹੈ, ਕਿੰਨੀ ਕੁ ਉਹਦੇ ਵਿੱਚ ਜਾਨ ਹੈ, ਇਸੇ ਤਰ੍ਹਾਂ ਪਰਮੇਸ਼ਰ ਦੇ ਬਲ ਤੋਂ ਵੀ ਪਤਾ ਲੱਗ ਜੂਗਾ ਕਿ ਉਹ ਵਾਹਿਗੁਰੂ ਦਾ ਸਰੂਪ ਜਿਹੜਾ ਉਹ ਕਿਹੋ ਜਿਹਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਪਾਵਨ ਬਾਣੀ ਦੁਆਰਾ ਉੱਤਰ ਦੇ ਰਹੇ ਹਨ। ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਮਹਾਰਾਜ ਕਹਿੰਦੇ ਹੇ ਸਿੱਧੋ, ਉਸ ਵਾਹਿਗੁਰੂ ਪਰਮਾਤਮਾ ਦੇ ਤਾਣ ਬਲ ਨੂੰ ਕਿਹੜਾ ਗਾ ਸਕਦਾ। ਜਿਹੜਾ ਪਰਮੇਸ਼ਰ ਇੱਕ ਅੱਖ ਬੰਦ ਕਰਨ ਤੇ ਮੀਚਣ ਦੇ ਸਮੇਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੀ ਪਰਲੋ ਤੇ ਉਹਨੂੰ ਖਤਮ ਕਰ ਦਿੰਦਾ ਹੈ ਤੇ ਸ੍ਰਿਸ਼ਟੀ ਨੂੰ ਰਚ ਦਿੰਦਾ ਹੈ, ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਹਰਨ ਭਰਨ ਜਾ ਕਾ ਨੇਤਰ ਫੋਰ ਹੈ। ਤੇ ਇਹਨੇ ਬਲੀ ਪਰਮੇਸ਼ਰ ਦੇ ਬਲ ਨੂੰ ਗਾਉਣ ਦੀ ਕਿਸੇ ਦੇ ਵਿੱਚ ਵੀ ਸਮਰੱਥਾ ਨਹੀਂ ਹੈ। ਉਹ ਪਰਮੇਸ਼ਰ ਵਾਹਿਗੁਰੂ ਦੇ ਬਲ ਨੂੰ ਕਿਹੜਾ ਮੁਕੰਮਲ ਤੌਰ 'ਤੇ ਕੋਈ ਗਾ ਸਕਦਾ ਹੈ। ਤੇ ਇਸੇ ਕਰਕੇ ਮਹਾਰਾਜ ਕਹਿੰਦੇ ਵੀ ਜੇ ਕਿਸੇ ਵਿੱਚ ਬਲ ਹੀ ਨਹੀਂ, ਸਿੱਧ ਕਹਿਣ ਲੱਗੇ ਵੀ ਉਹ ਪਰਮੇਸ਼ਰ ਦੇ ਬਲ ਨੂੰ ਫਿਰ ਕਿਹੜਾ ਗਾ ਸਕਦਾ। ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਬਲ ਨੂੰ ਮੁਕੰਮਲ ਤੌਰ 'ਤੇ ਕੋਈ ਗਾ ਨਹੀਂ ਸਕਦਾ। ਕਿਸੇ ਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਵੀ ਸਾਰੇ ਗੁਣ ਉਸ ਵਾਹਿਗੁਰੂ ਪਰਮਾਤਮਾ ਦੇ ਕੋਈ ਕਥਨ ਕਰ ਦੇਵੇ, ਕੋਈ ਗਾ ਦੇਵੇ। ਗਾਵੇ ਕੋ ਦਾਤ ਜਾਣੈ ਨੀਸਾਨ। ਫਿਰ ਸਿੱਧਾ ਨੇ ਪ੍ਰਸ਼ਨ ਕੀਤਾ ਵੀ ਉਸ ਵਾਹਿਗੁਰੂ ਦੇ ਬਲ ਨੂੰ ਜੇ ਨਹੀਂ ਗਾਇਆ ਜਾਂਦਾ, ਉਹਦੀਆਂ ਦਾਤਾਂ ਤੇ ਨਿਸ਼ਾਨੀਆਂ ਦੇ ਬਾਰੇ ਦੱਸੋ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਗਾਵੇ ਕੋ ਦਾਤ ਜਾਣੈ ਨੀਸਾਨ। ਜਿਹੜਾ ਉਸ ਵਾਹਿਗੁਰੂ ਦੇ ਪਰਮਾਤਮਾ ਨੇ ਸਾਨੂੰ ਕਿੰਨਾ ਕੁਝ ਦਾਤਾਂ ਬਖਸ਼ੀਆਂ ਨੇ, ਅੱਖਾਂ ਬਖਸ਼ੀਆਂ, ਸਰੀਰ ਦਿੱਤਾ, ਜਿੰਦ ਦਿੱਤੀ ਹੈ, ਉਸ ਵਾਹਿਗੁਰੂ ਦੀਆਂ ਦਾਤਾਂ ਜਿਹੜੀਆਂ ਨੇ ਉਹ ਗਿਣੀਆਂ ਨਹੀਂ ਜਾ ਸਕਦੀਆਂ ਤੇ ਨਾ ਹੀ ਉਹਨਾਂ ਦਿੱਤੀਆਂ ਹੋਈਆਂ ਦਾਤਾਂ ਨੂੰ ਕੋਈ ਗਾ ਸਕਦਾ ਹੈ। ਤੇ ਜੇ ਕੋਈ ਉਸ ਵਾਹਿਗੁਰੂ ਪਰਮਾਤਮਾ ਦੀਆਂ ਦਾਤਾਂ ਨੂੰ ਕਹੇ ਵੀ ਮੈਂ ਗਾ ਦੇਵਾਂਗਾ ਜਾਂ ਕਥਨ ਕਰ ਦੇਵਾਂਗਾ, ਇਹ ਉਹਦੀ ਆਪਣੀ ਮੂਰਖਤਾ ਹੋ ਸਕਦੀ ਹੈ। ਪਰਮੇਸ਼ਰ ਦੀਆਂ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਜੇ ਕੋਈ ਨਿਸ਼ਾਨ ਪ੍ਰਗਟ ਕਰਕੇ ਵੀ ਜਾਣੇ ਤਾਂ ਵੀ ਤੇ ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਗਾ ਕੇ ਦੱਸਣਾ ਇਹ ਵੀ ਔਖਾ ਹੈ। ਤੇ ਇਸ ਤਰ੍ਹਾਂ ਵੀ ਉਸ ਵਾਹਿਗੁਰੂ ਪਰਮਾਤਮਾ ਦੀਆਂ ਦਾਤਾਂ ਦੇ ਬਾਰੇ ਕੋਈ ਨਹੀਂ ਦੱਸ ਸਕਦਾ। ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਬੇਅੰਤ ਹੈ। ਸਾਰੀ ਸ੍ਰਿਸ਼ਟੀ ਦੇ ਜੀਵਾਂ ਲਈ ਉਸ ਦੀਆਂ ਦਾਤਾਂ ਜਿਹੜੀਆਂ ਨੇ ਪਰਮਾਤਮਾ ਦੀਆਂ, ਉਹ ਵੀ ਬੇਅੰਤ ਨੇ। ਇਸ ਕਰਕੇ ਉਸ ਵਾਹਿਗੁਰੂ ਪਰਮਾਤਮਾ ਨੂੰ ਕੋਈ ਗਾ ਨਹੀਂ ਸਕਦਾ। ਜੇ ਕੋਈ ਉਸ ਵਾਹਿਗੁਰੂ ਨੂੰ ਜਾਣਦਾ ਹੋਵੇ ਤਾਂ ਹੀ ਉਸ ਵਾਹਿਗੁਰੂ ਪਰਮਾਤਮਾ ਦੀਆਂ ਨਿਸ਼ਾਨੀਆਂ ਨੂੰ ਦੱਸ ਸਕਦਾ ਹੈ। ਗਾਵੇ ਕੋ ਗੁਣ ਵਡਿਆਈਆ ਚਾਰ। ਸਿੱਧਾ ਨੇ ਫਿਰ ਪ੍ਰਸ਼ਨ ਕੀਤਾ ਵੀ ਜੇ ਉਹਦੀਆਂ ਦਾਤਾਂ ਨਹੀਂ ਕਹੀਆਂ ਜਾ ਸਕਦੀਆਂ ਤਾਂ ਉਹਦੇ ਗੁਣ ਤੇ ਵਡਿਆਈਆਂ ਦੇ ਬਾਰੇ ਦੱਸਣਾ ਕਰੋ। ਫਿਰ ਮਹਾਰਾਜ ਕਹਿੰਦੇ ਨੇ ਗਾਵੇ ਕੋ ਗੁਣ ਵਡਿਆਈਆ ਚਾਰ। ਸਤਿਗੁਰਾਂ ਨੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ ਵੀ ਉਸ ਵਾਹਿਗੁਰੂ ਦੇ ਗੁਣਾਂ ਨੂੰ ਕੌਣ ਗਾ ਸਕਦਾ। ਭਾਵ ਕੋਈ ਵੀ ਨਹੀਂ ਗਾ ਸਕਦਾ। ਜਿਸ ਵਾਹਿਗੁਰੂ ਦੇ ਅਨੇਕਾਂ ਪਰਮਾਤਮਾ ਨੇ ਗਰੀਬਾਂ ਨੂੰ ਨਵਾਜਿਆ, ਉਹ ਹਮੇਸ਼ਾ ਹੀ ਗਰੀਬਾਂ ਦੀ ਰੱਖਿਆ ਕਰਦਾ ਆ ਰਿਹਾ
ਤੇ ਉਹ ਵਾਹਿਗੁਰੂ ਤਾਂ ਅਕਿਰਤ ਘਣਾ ਦੀ ਪਾਲਣਾ ਵੀ ਕਰਦਾ। ਜਿਹੜੇ ਆਪਣੇ ਵਰਗੇ ਕਿਰਤ ਘਣ ਹੁੰਦੇ ਨੇ, ਪਰਮੇਸ਼ਰ ਵਾਹਿਗੁਰੂ ਤੋਂ ਦਾਤਾਂ ਲੈ ਕੇ ਉਹਨੂੰ ਭੁੱਲ ਜਾਂਦੇ ਨੇ। ਜਿਹੜਾ ਕਿਸੇ ਦੇ ਕੀਤੇ ਨੂੰ ਭੁੱਲ ਜਾਵੇ ਉਹਨੂੰ ਕਿਰਤ ਘਣ ਕਿਹਾ ਜਾਂਦਾ। ਧਰਤੀ ਜਿਹੜੀ ਆ ਇਹ ਤੇ ਐਡੇ ਐਡੇ ਪਹਾੜ, ਐਡੇ ਐਡੇ ਸਮੁੰਦਰ, ਨਦੀਆਂ, ਨਹਿਰਾਂ ਚੱਲਦੀਆਂ ਨੇ, ਦਰਖਤ ਨੇ, ਧਰਤੀ ਨੂੰ ਭਾਰ ਨਹੀਂ ਲੱਗਦਾ। ਤੇ ਜੇ ਉਹਨੂੰ ਭਾਰ ਲੱਗਦਾ ਤਾਂ ਕਿਰਤ ਘਣ ਬੰਦੇ ਦਾ। ਉਹ ਪ੍ਰਮਾਤਮਾ ਜਿਹੜਾ ਹੈ ਉਹ ਕਿਰਤ ਘਣਾ ਦੀ ਵੀ ਪਾਲਣਾ ਕਰਦਾ। ਤੇ ਕਿਰਪਾ ਦੇ ਖਜ਼ਾਨੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਹੈ ਉਹਦੇ ਵਿੱਚ ਗੁਣ ਹੀ ਗੁਣ ਨੇ। ਤੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਪਰਉਪਕਾਰਾਂ ਦੇ ਨਾਲ ਉਹ ਭਰਿਆ ਪਿਆ ਹੈ, ਪਰ ਉਹ ਸਾਨੂੰ ਵਡਿਆਈਆਂ ਵੀ ਬਖਸ਼ ਰਿਹਾ ਹੈ। ਕਿਉਂਕਿ ਉਸ ਵਾਹਿਗੁਰੂ ਦੀਆਂ ਜਿਹੜੀਆਂ 4 ਸੁੰਦਰ ਵਡਿਆਈਆਂ ਨੇ, ਉਸ ਵਾਹਿਗੁਰੂ ਪ੍ਰਮਾਤਮਾ ਦੀਆਂ ਜਿਹੜੀਆਂ 4 ਦਾ ਅਰਥ ਆ ਸੁੰਦਰ, ਜਿਹੜੀਆਂ ਉਸ ਵਾਹਿਗੁਰੂ ਦੀਆਂ ਵਡਿਆਈਆਂ ਦਿੱਤੀਆਂ ਹੋਈਆਂ ਨੇ, ਉਹਨਾਂ ਨੂੰ ਕੌਣ ਗਾ ਸਕਦਾ? ਭਾਵ ਕੋਈ ਵੀ ਗਾ ਨਹੀਂ ਸਕਦਾ। ਇੱਥੇ ਕਈ ਵਿਦਵਾਨ ਵਡਿਆਈ ਆਚਾਰ ਦੇ ਨਾਲ ਅਰਥ ਕਰਦੇ ਨੇ, ਤੇ ਪਰ ਸੰਪਰਦਾ ਦੇ ਵਿੱਚ ਸੁੱਧ ਪਾਠ ਵਡਿਆਈਆ 4 ਹੀ ਮੰਨਿਆ ਗਿਆ। ਸੋ ਇਸ ਕਰਕੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਕਰਤੱਵਾਂ ਨੂੰ ਕਿਹੜਾ ਗਾ ਸਕਦਾ? ਭਾਵ ਕੋਈ ਵੀ ਨਹੀਂ ਗਾ ਸਕਦਾ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਫਿਰ ਸਿੱਧਾ ਨੇ ਕਿਹਾ ਵੀ ਉਸ ਵਾਹਿਗੁਰੂ ਦੀ ਵਿਦਿਆ ਦੇ ਬਾਰੇ ਕਹਿਣਾ ਕਰੋ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਵੀ ਹੇ ਸਿੱਧੋ, ਉਸ ਵਾਹਿਗੁਰੂ ਦੀ ਵਿਦਿਆ ਨੂੰ ਵੀ ਕਿਹੜਾ ਕਥਨ ਕਰ ਸਕਦਾ? ਭਾਵ ਕੋਈ ਨਹੀਂ ਕਥਨ ਕਰ ਸਕਦਾ, ਕਿਉਂਕਿ ਉਸ ਵਾਹਿਗੁਰੂ ਦੀ ਵਿਦਿਆ ਦਾ ਵਿਚਾਰ ਕਰਨਾ ਵੀ ਬੜਾ ਵਿਖਮ ਕਹੀਏ ਕਠਿਨ ਹੈ, ਬੜਾ ਔਖਾ ਹੈ। ਉਸ ਵਾਹਿਗੁਰੂ ਪ੍ਰਮਾਤਮਾ ਦੀ ਵਿਦਿਆ ਦਾ ਵਿਚਾਰ ਕਰਨਾ। ਵਿਦਿਆ ਜਿਹੜੀ ਹੈ ਇਹ ਸਾਨੂੰ ਪੜ੍ਹਨੀ ਚਾਹੀਦੀ ਆ ਤੇ ਪੜ੍ਹਾਉਣੀ ਵੀ ਚਾਹੀਦੀ ਆ। ਅੱਜ ਅਸੀਂ ਵਿਦਿਆ ਵਾਹਿਗੁਰੂ ਪ੍ਰਮਾਤਮਾ ਦੀ ਜਿਹੜੀ ਆ ਧਾਰਮਿਕ ਵਿਦਿਆ ਜਿਹੜੀ ਆ ਉਹਨੂੰ ਪੜ੍ਹਨ ਤੋਂ ਗੁਰੇਜ਼ ਕਰਦੇ ਹਾਂ। ਨਾ ਹੀ ਅਸੀਂ ਧਾਰਮਿਕ ਪੋਥੀਆਂ ਪੜ੍ਹਦੇ ਹਾਂ ਤੇ ਨਾ ਹੀ ਅਸੀਂ ਗੁਰਮੁਖ ਪਿਆਰੇ ਆਪਣੇ ਬੱਚਿਆਂ ਨੂੰ ਧਾਰਮਿਕ ਵਿਦਿਆ ਪੜ੍ਹਾਉਂਦੇ ਹਾਂ। ਤੇ ਅਸੀਂ ਇਹੀ ਖਹਿੜਾ ਛੁਡਾ ਲੈਂਦੇ ਹਾਂ ਕਹਿ ਕੇ ਵੀ ਪਾਠ ਕਰਨਾ ਤਾਂ ਔਖਾ ਜੀ। ਠੀਕ ਆ, ਔਖਾ, ਪਰ ਉਹਦੀ ਸੰਥਿਆ ਕਰੋ, ਵਿਦਿਆ ਪੜ੍ਹੋ। ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਵਿਦਿਆ ਪੜ੍ਹਾਉਂਦੇ ਨੇ, ਜਿੱਥੇ ਜਾਂ ਗੁਰਮਤਿ ਵਿਦਿਆਲੇ ਚੱਲਦੇ ਨੇ, ਉਹਨਾਂ ਦੇ ਪਾਸੋਂ ਵਿਦਿਆ ਪੜ੍ਹਨੀ ਚਾਹੀਦੀ ਹੈ। ਸੰਪਰਦਾਵਾਂ ਦੇ ਵਿੱਚ, ਟਕਸਾਲਾਂ ਦੇ ਵਿੱਚ ਵਿਦਿਆ ਪੜ੍ਹਾਈ ਜਾਂਦੀ ਹੈ। ਅਸੀਂ ਦੁਨਿਆਵੀ ਵਿਦਿਆ ਮਾਇਆ ਇਕੱਠੀ ਕਰਨ ਵਾਸਤੇ ਪੜ੍ਹਦੇ ਹਾਂ, ਪਰ ਜਿਹੜੀ ਵਿਦਿਆ ਨੇ ਸਾਡੇ ਨਾਲ ਨਿਭਣਾ, ਪਰਮਾਤਮਾ ਦੀ ਵਿਦਿਆ, ਉਹਦੇ ਗੁਣਾਂ ਦੀ ਵਿਚਾਰ ਉਹ ਨਹੀਂ ਕਰਦੇ। ਬੜੇ ਸਤਿਕਾਰਯੋਗ ਮਹਾਂਪੁਰਖ ਗਿਆਨੀ ਵਿਦਵਾਨ ਵਿਦਿਆ ਪੜ੍ਹਾਉਂਦੇ ਨੇ। ਜਿਵੇਂ ਕਿ ਸਾਡੇ ਸਹਿਜੜੇ ਨਗਰ ਹੈ, ਉੱਥੇ ਸਤਿਕਾਰਯੋਗ ਗਿਆਨੀ ਸੁਖਵਿੰਦਰ ਸਿੰਘ ਜੀ, ਉਹਨਾਂ ਦਾ ਵਿਦਿਆਲਾ, ਉਹ ਬੱਚਿਆਂ ਨੂੰ ਨਿਸ਼ਕਾਮ ਸੇਵਾ ਕਰਦੇ ਨੇ, ਵਿਦਿਆ ਪੜ੍ਹਾਉਂਦੇ ਨੇ। ਸੋ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਨੇ। ਜਿਵੇਂ ਸਾਡੇ ਇੱਕ ਨਗਰ ਮਿੱਠੇਵਾਲ ਸਾਡੇ ਨੇੜੇ, ਉਸ ਨਗਰ ਦੇ ਵਿੱਚ ਵੀ ਭਾਈ ਕਰਨ ਸਿੰਘ ਜੀ ਤੇ ਸਾਡੇ ਮਾਸਟਰ ਪ੍ਰਦੀਪ ਸਿੰਘ ਜੀ, ਉਹ ਬੱਚਿਆਂ ਨੂੰ ਨਿਸ਼ਕਾਮ ਵਿਦਿਆ ਪੜ੍ਹਾਉਂਦੇ ਨੇ, ਕੀਰਤਨ ਸਿਖਾਉਂਦੇ ਨੇ। ਇਹੋ ਜਿਹੇ ਵਿਰਲੇ ਪਿੰਡਾਂ ਦੇ ਵਿੱਚ ਗੁਰੂ ਦੇ ਪਿਆਰੇ ਜਿਹੜੇ ਸਿੱਖੀ ਨੂੰ ਦਿਲੋਂ ਪਿਆਰ ਕਰਦੇ ਨੇ, ਪੰਥ ਦੇ ਨਾਲ ਦਰਦ ਰੱਖਦੇ ਨੇ, ਤੇ ਉਹ ਵਿਦਿਆ ਪੜ੍ਹਾਉਂਦੇ ਨੇ। ਪਰ ਅਸੀਂ ਵਿਦਿਆ ਪੜ੍ਹਨ ਤੋਂ ਦੂਰ ਜਾਂਦੇ, ਆਪਣੇ ਬੱਚਿਆਂ ਨੂੰ ਧਾਰਮਿਕ ਵਿਦਿਆ ਨਹੀਂ ਪੜ੍ਹਾਉਂਦੇ, ਦੁਨਿਆਵੀ ਵਿਦਿਆ ਪੜ੍ਹਾ ਰਹੇ ਆ। ਦੁਨਿਆਵੀ ਵਿਦਿਆ ਦੇ ਨਾਲ ਮਾਇਆ ਇਕੱਠੀ ਕਰ ਸਕਦੇ ਹਾਂ,
ਪਰ ਜੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਦਰ 'ਤੇ ਪ੍ਰਵਾਨ ਹੋਣਾ ਤਾਂ ਧਾਰਮਿਕ ਵਿੱਦਿਆ ਪੜ੍ਹਨੀ ਚਾਹੀਦੀ ਆ। ਅੱਜ ਸਾਡੇ ਵਿੱਚੋਂ ਊੜਾ ਤੇ ਜੂੜਾ ਖਤਮ ਹੁੰਦਾ। ਪੰਜਾਬੀ ਗੁਰਮੁਖੀ ਆਪਣੇ ਬੱਚਿਆਂ ਨੂੰ ਪੜ੍ਹਾਈਏ ਤੇ ਜਿਹਦੇ ਕਰਕੇ ਇਹ ਆਪਣੇ ਧਰਮ ਦੇ ਨਾਲ ਜੁੜੇ ਰਹਿਣਗੇ, ਆਪਣੀ ਸੱਭਿਅਤਾ ਦੇ ਨਾਲ ਜੁੜੇ ਰਹਿਣਗੇ। ਸੋ ਇਸ ਕਰਕੇ ਭਾਵੇਂ ਅਸੀਂ ਪ੍ਰਦੇਸ਼ਾਂ ਦੇ ਵਿੱਚ ਹਾਂ, ਵਿਦੇਸ਼ਾਂ ਦੇ ਵਿੱਚ ਹਾਂ, ਆਪਣੇ ਦੇਸ਼ ਦੇ ਵਿੱਚ ਹਾਂ, ਆਪਣੇ ਬੱਚਿਆਂ ਨੂੰ ਉੱਥੇ ਵਿੱਦਿਆ ਪੜ੍ਹਾਓ ਜਿੱਥੇ ਪੰਜਾਬੀ ਨਾਲ ਪੜ੍ਹਾਈ ਜਾਂਦੀ ਹੈ। ਜਿੰਨਾ ਚਿਰ ਅਸੀਂ ਪੰਜਾਬੀ ਨਹੀਂ ਪੜ੍ਹਦੇ ਤੇ ਪਿਆਰਿਓ, ਉਹਨਾਂ ਚਿਰ ਸਾਨੂੰ ਗੁਰਬਾਣੀ ਦੀ ਸਮਝ ਜਿਹੜੀ ਆ ਨਹੀਂ ਪੈਂਦੀ। ਭਾਵੇਂ ਅਨੇਕਾਂ ਇੰਗਲਿਸ਼ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕੀਤੇ ਗਏ ਨੇ, ਪਰ ਜਿਹੜੀ ਗੱਲ ਪੰਜਾਬੀ ਦੇ ਨਾਲ ਪੜ੍ਹਨ ਨਾਲ ਬਣਦੀ ਆ ਉਹ ਉਸ ਤਰ੍ਹਾਂ ਨਹੀਂ ਬਣਦੀ। ਇਸ ਕਰਕੇ ਗਾਵੈ ਕੋ ਵਿੱਦਿਆ ਬਿਖਮ ਵਿਚਾਰ। ਤੇ ਮਹਾਰਾਜ ਕਹਿੰਦੇ ਵੀ ਉਸ ਵਾਹਿਗੁਰੂ ਦੀ ਵਿੱਦਿਆ ਨੂੰ ਕੋਈ ਮੁਕੰਮਲ ਤੌਰ 'ਤੇ ਕਥਨ ਨਹੀਂ ਕਰ ਸਕਦਾ, ਭਾਵ ਕੋਈ ਨਹੀਂ ਕਰ ਸਕਦਾ, ਕਿਉਂਕਿ ਉਸ ਵਾਹਿਗੁਰੂ ਦੀ ਵਿੱਦਿਆ ਦਾ ਵਿਚਾਰ ਕਰਨਾ ਬੜਾ ਔਖਾ ਹੈ, ਕਠਿਨ ਹੈ। ਸੋ ਭਾਈ, ਜਦੋਂ ਅਸੀਂ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਾਂਗੇ, ਇਹ ਵੀ ਇੱਕ ਵਾਹਿਗੁਰੂ ਦੀ ਵਿੱਦਿਆ ਹੈ। ਨਾਮ ਜਪਣਾ, ਬਾਣੀ ਪੜ੍ਹਨੀ ਭਾਵੇਂ ਕਠਿਨ ਹੈ, ਪਰ ਪਿਆਰਿਓ, ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪੀਏ, ਵਿੱਦਿਆ ਪੜ੍ਹੀਏ ਤੇ ਫਿਰ ਸਤਿਗੁਰੂ ਜੀ ਆਪ ਸਹਾਇਤਾ ਕਿਰਪਾ ਕਰਦੇ ਹਨ। ਸੋ ਇਸ ਕਰਕੇ ਤੇ ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਵਿੱਦਿਆ ਹੈ ਬਿਖਮ ਹੈ, ਕਠਿਨ ਹੈ ਜੀ। ਗਾਵੈ ਕੋ ਸਾਜ ਕਰੇ ਤਨ ਖੇਹ। ਉਸ ਵਾਹਿਗੁਰੂ ਦੀ ਤਾਕਤ ਨੂੰ ਕਿਹੜਾ ਗਾ ਸਕਦਾ ਜੋ 84 ਲੱਖ ਜੂਨਾਂ ਨੂੰ ਸਾਜ ਕੇ ਰਚ ਕੇ ਸਾਰੇ ਤਨ ਸਥੂਲ ਸਰੀਰ ਨੂੰ ਇੱਕ ਅੱਖ ਝਮਕਣ ਦੇ ਸਮੇਂ ਦੇ ਵਿੱਚ ਉਹ ਸਵਾਹ ਬਣਾ ਦਿੰਦਾ ਹੈ। ਗਾਵੈ ਕੋ ਜੀ ਲੈ ਫਿਰ ਦੇਹ। ਤੇ ਉਸ ਪਰਮੇਸ਼ਰ ਬ੍ਰਹਮ ਦੀ ਜਿਹੜੀ ਚੇਤਨ ਸਤਾ ਦੇ ਆਸਰੇ ਸਾਡੇ ਤਿੰਨਾਂ ਸਰੀਰਾਂ ਨੂੰ ਜੀਵ ਆਤਮਾ ਚੁੱਕੀ ਫਿਰਦਾ ਹੈ ਤੇ ਚੇਤਨ ਸਤਾ ਦੇ ਆਸਰੇ ਸਰੀਰ ਦਾ ਭਾਰ ਮਹਿਸੂਸ ਨਹੀਂ ਹੁੰਦਾ। ਹਵਾ ਦੀ ਨਿਆਈ ਜਦੋਂ ਜੀਵ ਆਤਮਾ ਸਰੀਰ ਵਿੱਚੋਂ ਨਿਕਲ ਕੇ ਚਲਿਆ ਜਾਂਦੀ ਹੈ, ਫਿਰ ਕੁਝ ਪਤਾ ਨਹੀਂ ਲੱਗਦਾ ਵੀ ਕਿੱਥੇ ਗਿਆ। ਉਹ ਪਰਮੇਸ਼ਰ ਜੀ ਜੀਵਾਂ ਨੂੰ ਪ੍ਰਾਲਬਧ ਅਨੁਸਾਰ ਹੀ ਸਰੀਰ ਦਿੰਦਾ। ਜਦੋਂ ਸਾਡੀ ਪ੍ਰਾਲਬਧ ਸਮਾਪਤ ਹੁੰਦੀ ਹੈ, ਫਿਰ ਸਰੀਰ ਵਾਪਸ ਲੈ ਲੈਂਦਾ ਤੇ ਬਾਅਦ ਵਿੱਚ ਫਿਰ ਹੋਰ ਸਰੀਰ ਦੇਹ ਜਿਹੜੀ ਸਾਨੂੰ ਮਿਲ ਜਾਂਦੀ ਹੈ ਤੇ ਉਹ ਉਸ ਦੇਹ ਨੂੰ ਵੀ ਜਿਹੜੀ ਸਾਨੂੰ ਦਿੰਦਾ ਪਰਮੇਸ਼ਰ, ਉਹ ਫਿਰ ਉਹਨੂੰ ਵਾਪਸ ਲੈ ਲੈਂਦਾ। ਸੋ ਇਸ ਪ੍ਰਕਾਰ ਉਸ ਵਾਹਿਗੁਰੂ ਪ੍ਰਮਾਤਮਾ ਦੇ ਗੁਣਾਂ ਨੂੰ ਕਿਹੜਾ ਗਾ ਸਕਦਾ ਹੈ, ਭਾਵ ਨਹੀਂ ਗਾ ਸਕਦਾ। ਗਾਵੈ ਕੋ ਜਾਪੈ ਦਿਸੈ ਦੂਰ। ਜਿਹੜਾ ਪਰਮੇਸ਼ਰ ਵਾਹਿਗੁਰੂ ਬੁੱਧੀ ਕਰਕੇ ਜਾਪੈ, ਜਾਣਨ ਤੋਂ ਰਹਿਤ ਹੈ ਤੇ ਇਹਨਾਂ ਸਥੂਲ ਅੱਖਾਂ ਦੇ ਨਾਲ ਉਹ ਦਿਸ਼ਾ ਦਿਖਣ ਤੋਂ ਦੂਰ ਹੈ। ਉਹ ਬ੍ਰਹਮ ਦੀ ਚੇਤਨ ਸਤਾ ਕਾਰਨ ਹੀ ਅਸੀਂ ਇਹਨਾਂ ਸਥੂਲ ਅੱਖਾਂ ਨਾਲ ਦੂਰ ਤੱਕ ਵੇਖ ਸਕਦੇ ਹਾਂ ਤੇ ਬੁੱਧੀ ਨਾਲ ਸ੍ਰੇਸ਼ਟ ਵਿਚਾਰ ਤਾਂ ਕੀਤੀ ਜਾ ਸਕਦੀ ਹੈ, ਪਰ ਉਸ ਵਾਹਿਗੁਰੂ ਪ੍ਰਮਾਤਮਾ ਦੀ ਤਾਕਤ ਨੂੰ ਕਿਹੜਾ ਗਾ ਸਕਦਾ, ਭਾਵ ਨਹੀਂ ਗਾਇਆ ਜਾਂਦਾ। ਗਾਵੈ ਕੋ ਵੇਖੈ ਹਾਦਰਾ ਹਦੂਰ। ਉਸ ਵਾਹਿਗੁਰੂ ਦੇ ਬਲ ਨੂੰ ਕਿਹੜਾ ਗਾ ਸਕਦਾ ਜਿਹੜਾ ਸਾਰਿਆਂ ਦੇ ਹਾਦਰਾ ਕਹੀਏ ਨੇੜੇ ਤੋਂ ਵੀ ਨੇੜੇ ਹੈ, ਹਦੂਰ ਕਹੀਏ ਸਾਹਮਣੇ ਦ੍ਰਿਸ਼ਟਾ ਰੂਪ ਹੋ ਕੇ ਸਾਰਿਆਂ ਦੇ ਤਾਈਂ ਉਹ ਵਾਹਿਗੁਰੂ ਵੇਖ ਰਿਹਾ ਹੈ। ਜਿਵੇਂ ਆਪਾਂ ਪਾਵਨ ਬਾਣੀ ਦੇ ਵਚਨ ਆਉਂਦੇ ਨੇ, ਸਭ ਕਿਸ ਸੁਣਦਾ ਵੇਖਦਾ ਕਿਉਂ ਮੁੱਕਰ ਪਾਇਆ ਜਾਏ। ਉਹ ਵਾਹਿਗੁਰੂ ਜੋ ਕੁਝ ਅਸੀਂ ਬੋਲਦੇ ਆ ਉਹ ਸਭ ਕੁਝ ਹੀ ਸੁਣਦਾ ਹੈ ਤੇ ਸਾਨੂੰ ਵੇਖ ਰਿਹਾ ਹੈ ਸਾਰੀਆਂ ਥਾਵਾਂ ਤੇ। ਉਹ ਕਹਿੰਦੇ ਮਨ ਮਤ ਜਾਣਾ ਮਤ ਦੂਰ ਹੈ, ਮਤ ਜਾਣਾ ਮਨ ਦੂਰ ਹੈ, ਮਤ ਜਾਣਾ ਹਰ ਦੂਰ ਹੈ, ਸਦਾ ਵੇਖ ਹਦੂਰ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ।
ਇਹ ਮਨਾ ਮਤਾਂ ਜਾਣੀ ਪਰਮੇਸ਼ਰ ਵਾਹਿਗੁਰੂ ਕਿਤੇ ਦੂਰ ਹੈ, ਉਹ ਤਾਂ ਤੈਨੂੰ ਸਦਾ ਹੀ ਸਾਰੀਆਂ ਥਾਵਾਂ 'ਤੇ ਵੇਖ ਰਿਹਾ ਹੈ। ਕਈ ਵਾਰੀ ਅਸੀਂ ਕਹਿੰਦੇ ਆ ਵੀ ਗੁਰੂ ਘਰ ਆਇਆ ਕੋਈ ਗਲਤ ਕੰਮ ਨਾ ਕਰੀਏ, ਤੇ ਭਾਈ ਗੁਰੂ ਘਰ ਤੋਂ ਬਾਹਰ ਜਾ ਕੇ ਵੀ ਕਿਤੇ ਵੀ ਸਾਨੂੰ ਕੋਈ ਗਲਤ ਕੰਮ ਨਹੀਂ ਕਰਨੇ ਚਾਹੀਦੇ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਸਾਰੀਆਂ ਥਾਵਾਂ 'ਤੇ ਹੀ ਸਾਨੂੰ ਵੇਖ ਰਿਹਾ ਹੈ। ਕਥਨਾ ਕਥੀ ਨ ਆਵੈ ਟੋਟ। ਸਿੱਧਾ ਨੇ ਕਿਹਾ ਵੀ ਇਹੋ ਜਿਹੇ ਬਲੀ ਦੀ ਕਥਾ ਕਿੰਨੀ ਕੁ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਸਿੱਧੋ ਉਸ ਵਾਹਿਗੁਰੂ ਦੀ ਕਥਾ ਨੂੰ ਕੋਈ ਕਥਨ ਨਹੀਂ ਕਰ ਸਕਦਾ, ਕਿਉਂਕਿ ਨਾ ਆਵੈ ਟੋਟ। ਇਹਦਾ ਵਿਸਰਾਮ ਇੱਥੇ ਹੀ ਲਾਉਣਾ, ਜਿਵੇਂ ਸਿੰਘ ਸਾਹਿਬ ਜੀ ਨੇ ਲਾਇਆ, ਕਥਨਾ ਕਥੀ ਨਾ ਆਵੈ ਟੋਟ। ਆਮ ਜਦੋਂ ਪਾਠੀ ਸਿੰਘ ਪਾਠ ਕਰਦੇ ਆ ਉਹ ਕਰਦੇ ਆ ਕਥਨਾ ਕਥੀ ਨਾ ਆਵੈ ਟੋਟ, ਤੇ ਇਸ ਤਰ੍ਹਾਂ ਹੀ ਸਿੰਘ ਸਾਹਿਬ ਜੀ ਨੇ ਜਿਵੇਂ ਪੜ੍ਹੀ ਆ ਪੰਗਤੀ ਇਸ ਤਰ੍ਹਾਂ ਹੀ ਪੜ੍ਹਨੀ ਆ, ਕਥਨਾ ਕਥੀ ਨਾ ਆਵੈ ਟੋਟ। ਉਸ ਵਾਹਿਗੁਰੂ ਦੀ ਕਥਾ ਕਰਦਿਆਂ ਕਰਦਿਆਂ ਟੋਟ ਕਹੀਏ ਫਿਰ ਘਾਟਾ ਨਹੀਂ ਆਉਂਦਾ। ਭਾਵ ਕਥਾ ਕਰਦਿਆਂ, ਹੁਣ ਆਪਾਂ ਕਥਾ ਕਰ ਰਹੇ ਹਾਂ, ਪਹਿਲਾਂ ਵੀ ਪਤਾ ਨਹੀਂ ਕਿੰਨੇ ਮਹਾਂਪੁਰਖਾਂ ਨੇ ਵਿਦਵਾਨਾਂ ਨੇ ਕਥਾ ਕੀਤੀ ਆ। ਕਥਨ ਮੁਕੰਮਲ ਤੌਰ 'ਤੇ ਕੋਈ ਸੰਪੂਰਨ ਤੌਰ 'ਤੇ ਨਹੀਂ ਕਹਿ ਸਕਦਾ ਮੈਂ ਸਾਰੀ ਕਥਾ ਕਰ ਦਿੱਤੀ। ਜਿੰਨੀ ਕੁ ਸਤਿਗੁਰੂ ਨੇ ਆਪਾਂ ਨੂੰ ਮਤ ਬੁੱਧ ਬਖਸ਼ੀ ਆ, ਜਾਂ ਜਿੰਨੀ ਮਹਾਂਪੁਰਖਾਂ ਦੀ ਕਥਾ ਲਿਖੀ ਆ, ਤੇ ਉਹਨਾਂ ਕਥਾ ਨੂੰ ਪੜ੍ਹ ਕੇ ਆਪਾਂ ਵੀ ਕਥਾ ਕਰੀ ਜਾ ਰਹੇ ਹਾਂ। ਸੋ ਜਿੰਨਾ ਕੁ ਕਿਸੇ ਤੋਂ ਉਦਮ ਹੁੰਦਾ, ਉਪਰਾਲਾ ਹੁੰਦਾ, ਕਰਨਾ ਚਾਹੀਦਾ ਹੈ। ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਪਰ ਮੁਕੰਮਲ ਤੌਰ 'ਤੇ ਉਸ ਵਾਹਿਗੁਰੂ ਦੀ ਕਥਾ ਨੂੰ ਕੋਈ ਕਹਿ ਨਹੀਂ ਸਕਦਾ, ਕਿਉਂਕਿ ਉਹਦਾ ਅੰਤ ਨਹੀਂ ਆਉਂਦਾ। ਕਿਉਂਕਿ ਉਹ ਵਾਹਿਗੁਰੂ ਆਪ ਬੇਅੰਤ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਸਿੱਧਾ ਨੇ ਕਿਹਾ ਵੀ ਕਿਸੇ ਵੱਡੇ ਨੇ ਉਹਦੀ ਕਥਾ ਕੀਤੀ ਹੋਵੇਗੀ, ਜੇ ਕੀਤੀ ਹੋਵੇ ਤਾਂ ਫਿਰ ਟੋਟ ਵੀ ਆ ਸਕਦੀ ਹੈ। ਗੁਰੂ ਸਾਹਿਬ ਕਹਿੰਦੇ ਕਾਥ ਕਾਥ ਕਥੀ ਕੋਟੀ ਕੋਟ ਕੋਟ। ਕਹਿੰਦੇ ਕਰੋੜਾਂ ਵਿਸ਼ਨੂੰ ਵਰਗਿਆਂ ਨੇ, ਕਰੋੜਾਂ ਬ੍ਰਹਮੇ ਵਰਗਿਆਂ ਨੇ, ਕਰੋੜਾਂ ਸ਼ਿਵਜੀਆਂ ਨੇ ਉਸ ਵਾਹਿਗੁਰੂ ਦੀ ਕਥਾ ਦੇ ਕਥਨ ਕਰਨ ਵਾਲੇ ਹੋ ਕੇ ਕਥਨਾ ਕੀਤੀ, ਪਰ ਇਹਨਾਂ ਤਿੰਨਾਂ ਵੱਡੇ ਦੇਵਤਿਆਂ ਕੋਲੋਂ ਵੀ ਉਸ ਵਾਹਿਗੁਰੂ ਪ੍ਰਮਾਤਮਾ ਦੀ ਕਥਾ ਦਾ ਅੰਤ ਨਹੀਂ ਪਾਇਆ ਜਾ ਸਕਿਆ। ਤੇ ਵਿਆਖਿਆ ਕਰਨ ਵਾਲੇ ਵਿਆਖਿਆਕਾਰੇ ਹੋ ਕੇ ਕਥਾ ਕਰਨ ਵਾਲੇ ਕਰੋੜਾਂ ਕਥਾਕਾਰ ਕਥਾ ਕੀਤੀ, ਉਹਨਾਂ ਨੇ ਬੜੀਆਂ ਜੁਗਤੀਆਂ ਦੇ ਕੇ ਵਿਆਖਿਆ ਕੀਤੀ, ਪਰ ਉਸ ਵਾਹਿਗੁਰੂ ਦੀ ਕਥਾ ਦਾ ਕਦੇ ਟੋਟਾ ਭਾਵ ਅੰਤ ਨਹੀਂ ਆਇਆ। ਭਾਵ ਸੰਪੂਰਨ ਰੂਪ ਵਿੱਚ ਕਥਾ ਉਸ ਵਾਹਿਗੁਰੂ ਦੀ ਨਹੀਂ ਹੋ ਸਕੀ। ਦੇਦਾ ਦੇ ਲੈਦੇ ਥਕ ਪਾਹੇ। ਹਾਂਜੀ, ਇਸੇ ਤਰ੍ਹਾਂ ਹੀ ਇਹ ਸੰਪਰਦਾ ਦੇ ਵਿੱਚ ਪੜ੍ਹਾਇਆ ਜਾਂਦਾ ਪਾਠ, ਜਿਵੇਂ ਸਿੰਘ ਸਾਹਿਬ ਨੇ ਕੀਤਾ, ਦੇਦਾ ਦੇ ਲੈਦੇ ਥਕ ਪਾਹੇ। ਅਸੀਂ ਬਿੰਦੀਆਂ ਬਹੁਤ ਲਾਉਂਦੇ ਹਾਂ ਪਾਠ ਕਰਨ ਵਾਲੇ, ਪਤਾ ਨਹੀਂ ਲੱਗਦਾ ਵੀ ਇੱਥੇ ਬਿੰਦੀ ਲਾਉਣੀ ਆ ਜਾਂ ਨਹੀਂ ਲਾਉਣੀ, ਕਿਉਂਕਿ ਇਹ ਗੱਲਾਂ ਸੰਪਰਦਾਵਾਂ ਦੇ ਵਿੱਚ ਜਿੱਥੇ ਵਿੱਦਿਆ ਪੜ੍ਹਾਈ ਜਾਂਦੀ ਆ ਉੱਥੇ ਦੱਸਿਆ ਜਾਂਦਾ। ਅਸੀਂ ਤਾਂ ਜਿੱਥੇ ਜੀ ਕਰਦਾ ਮੂੰਹ ਚਾਉਂਦੀਆਂ ਆਪਣੇ ਆਪ ਹੀ ਬਿੰਦੀਆਂ ਲਾਈ ਜਾਂਦੇ ਹਾਂ। ਸਾਰੇ ਜਪਜੀ ਸਾਹਿਬ ਜੀ ਦੇ ਪਾਠ ਦੇ ਵਿੱਚ ਇੱਕ ਥਾਂ 'ਤੇ ਬਿੰਦੀ ਆਉਂਦੀ ਆ, ਪਰ ਅਸੀਂ ਜਦੋਂ ਲੱਗਦੇ ਹਾਂ ਪੜ੍ਹਨ ਪਤਾ ਨਹੀਂ ਕਿੰਨੀਆਂ ਕੁ ਬਿੰਦੀਆਂ ਲਾ ਦਿੰਦੇ ਹਾਂ। ਇਸ ਕਰਕੇ ਪਾਠ ਕਰਨ ਵੇਲੇ ਵੀ ਧਿਆਨ ਰੱਖਣਾ ਚਾਹੀਦਾ। ਤੇ ਮਹਾਰਾਜ ਕਹਿੰਦੇ ਵੀ ਇਹ ਸਿੱਧੋ ਪਰਮੇਸ਼ਰ ਵਾਹਿਗੁਰੂ ਸਾਰੇ ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਤੇ ਜਿਹੜੇ ਦਾਤਾਂ ਲੈਣ ਵਾਲੇ ਨੇ ਉਹ ਥੱਕ ਜਾਂਦੇ ਨੇ। ਭਾਵ ਜੀਵਾਂ ਦੇ ਸਰੀਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਉਸ ਵਾਹਿਗੁਰੂ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਜਿਹੜੀਆਂ, ਤੇ ਉਹਨਾਂ ਦਾ ਕਦੇ ਟੋਟ ਨਹੀਂ ਆਉਂਦੀ। ਤੇ ਗੁਰਮੁਖ ਪਿਆਰਿਓ, ਉਹ ਦਾਤਾਂ ਜਿਹੜੀਆਂ ਨੇ ਉਹ ਮੁੱਕਦੀਆਂ ਨਹੀਂ। ਜੁਗਾ ਜੁਗੰਤਰ ਆਹੀ ਖਾਹੇ। ਜੁਗਾ ਜੁਗੰਤਰ, ਜੁਗਾਂ ਜੁਗਾਂ ਦੇ ਅੰਦਰ ਉਸ ਵਾਹਿਗੁਰੂ ਨੇ, ਪਰਮਾਤਮਾ ਨੇ ਸਭ ਨੂੰ ਪਦਾਰਥ ਦਿੱਤੇ ਨੇ, ਤੇ ਸਾਰੇ ਜੀਵ ਤੇ ਉਸ ਪਦਾਰਥਾਂ ਨੂੰ, ਉਸ ਵਾਹਿਗੁਰੂ ਦੇ ਦਿੱਤੇ ਹੋਏ ਪਦਾਰਥਾਂ ਨੂੰ ਵਰਤਦੇ ਨੇ,
ਤੇ ਜੁਗਾ ਜੁਗੰਤਰਾਂ ਤੱਕ ਹੁਣ ਤੱਕ ਉਸ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਅਸੀਂ ਖਾ ਰਹੇ ਹਾਂ। ਹੁਕਮੀ ਹੁਕਮ ਚਲਾਏ ਰਾਹੋ। ਹੁਕਮੀ, ਇੱਥੇ ਵਿਸਰਾਮ। ਹੁਕਮੀ, ਹੁਕਮ ਚਲਾਏ ਰਾਹੋ। ਹੁਕਮ ਕਰਨ ਵਾਲੇ ਪਰਮੇਸ਼ਰ ਸਾਰੇ ਜੀਵਾਂ ਨੂੰ ਆਪਣੇ ਹੁਕਮ ਦੇ ਰਾਹ ਦੇ ਉੱਪਰ ਉਹ ਤੋਰਦਾ ਹੈ। ਹੁਕਮੀ, ਹੁਕਮ ਚਲਾਏ ਰਾਹ। ਤੇ ਉਹ ਵਾਹਿਗੁਰੂ ਸਾਰਿਆਂ ਜੀਵਾਂ ਨੂੰ ਆਪਣੇ ਰਸਤੇ ਦੇ ਉੱਪਰ ਚਲਾਉਂਦਾ ਹੈ। ਨਾਨਕ ਬਿਗਸੈ ਵੇ ਪਰਵਾਹੋ। ਸਤਿਗੁਰੂ ਜੀ ਕਹਿੰਦੇ ਵੀ ਉਹ ਵੇ ਪ੍ਰਵਾਹ, ਉਹ ਬੇਮੁਤਾਜ ਪਰਮੇਸ਼ਰ ਵਾਹਿਗੁਰੂ ਸਦਾ ਹੀ ਬਿਗਸੈ ਕਹੀਏ, ਉਹ ਖਿੜਿਆ ਰਹਿੰਦਾ ਹੈ। ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਅਤੀ ਪ੍ਰਸੰਨ ਰਹਿੰਦਾ ਹੈ। ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਆ ਤੇ ਗੁਰਮੁਖ ਪਿਆਰਿਓ, ਉਹ ਸਦਾ ਹੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਹਮੇਸ਼ਾ ਖੁਸ਼ ਹੀ ਰਹਿੰਦਾ ਹੈ। ਤੇ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਪ੍ਰਸ਼ਨ ਕੀਤਾ ਵੀ ਸਤਿਗੁਰੂ ਜਿਹੜੇ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਨੇ ਉਹਨਾਂ ਨੂੰ ਫਲ ਕੀ ਪ੍ਰਾਪਤ ਹੁੰਦਾ ਹੈ। ਤੇ ਗੁਰੂ ਸਾਹਿਬ ਜੀ ਦੱਸ ਰਹੇ ਹਨ, ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਵੀ ਕਿਸੇ ਨੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਤਾਣ, ਬਲ ਦੀ ਪ੍ਰਾਪਤੀ ਲਈ ਗਾਇਆ ਤੇ ਉਹਨਾਂ ਨੂੰ ਬਲ ਦੀ ਪ੍ਰਾਪਤੀ ਹੋ ਗਈ ਹੈ। ਜਿਵੇਂ ਦਸਮ ਗ੍ਰੰਥ ਸਾਹਿਬ ਦੇ ਵਿੱਚ ਵਚਨ ਆਉਂਦੇ ਨੇ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ। ਵੀ ਰਾਮ ਨੇ ਤੇਰੇ ਤੋਂ ਹੀ ਬਲ ਲੈ ਕੇ ਉਹਨੇ ਰਾਵਣ ਦਾ ਅੰਤ ਕੀਤਾ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਵੀ ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਨਾ ਕੀਤਾ ਹੈ। ਗਾਵੇ ਕੋ ਦਾਤ ਜਾਣੈ ਨੀਸਾਨ। ਤੇ ਜਿਹੜੇ ਪੁਰਸ਼ ਨੇ ਧਰਮ ਅਰਥ ਕਾਮ ਮੋਖ ਆਦਿਕ ਦਾਤਾਂ ਦੀ ਪ੍ਰਾਪਤੀ ਵਾਸਤੇ ਉਸ ਵਾਹਿਗੁਰੂ ਨੂੰ ਗਾਇਆ ਹੈ, ਉਹਨਾਂ ਨੂੰ ਉਹ ਦਾਤਾਂ ਦੀ ਪ੍ਰਾਪਤੀ ਹੋ ਗਈ ਹੈ ਤੇ ਉਹ ਵਾਹਿਗੁਰੂ ਦੇ ਪਾਸੋਂ ਉਹੋ ਜਿਹੀਆਂ ਦਾਤਾਂ ਪ੍ਰਾਪਤ ਕਰ ਲੈਂਦੇ ਨੇ। ਤੇ ਜਿਨ੍ਹਾਂ ਨੇ ਦੁਨਿਆਵੀ ਦਾਤਾਂ ਮੰਗਣ ਲਈ ਉਸ ਵਾਹਿਗੁਰੂ ਨੂੰ ਗਾਇਆ ਤੇ ਫਿਰ ਉਹਨਾਂ ਨੂੰ ਉਹੋ ਜਿਹੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਤੇ ਨਿਸ਼ਾਨ ਪ੍ਰਗਟ ਕਰਕੇ ਉਸ ਵਾਹਿਗੁਰੂ ਨੂੰ ਗਾਉਂਦੇ ਹਨ। ਗਾਵੇ ਕੋ ਗੁਣ ਵਡਿਆਈਆ ਚਾਰ। ਜਿਨ੍ਹਾਂ ਨੇ ਸਤ ਸੰਤੋਖ ਦਇਆ ਆਦਿਕ ਚੰਗੇ ਗੁਣਾਂ ਦੀ ਪ੍ਰਾਪਤੀ ਲਈ ਉਸ ਵਾਹਿਗੁਰੂ ਨੂੰ ਗਾਉਣਾ ਕੀਤਾ, ਉਹਨਾਂ ਨੂੰ ਫਿਰ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਧੰਨ ਧੰਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਵਣਤਿਆ। ਤੇ ਜਿਨ੍ਹਾਂ ਨੇ ਉਸ ਵਾਹਿਗੁਰੂ ਪ੍ਰਮਾਤਮਾ ਦੀਆਂ ਸੁੰਦਰ ਵਡਿਆਈਆਂ ਦੇ ਲਈ ਪ੍ਰਾਪਤ ਉਹਨੂੰ ਗਾਉਣਾ ਕੀਤਾ ਤੇ ਉਹਨਾਂ ਦੀ ਪਿਆਰਿਓ ਫਿਰ ਸੁੰਦਰ ਵਡਿਆਈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਤੇ ਹਰ ਥਾਂ ਤੇ ਉਹਨਾਂ ਨੂੰ ਮਾਣ ਇੱਜ਼ਤ ਮਿਲਦਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਜਿਨ੍ਹਾਂ ਨੇ ਵਿਖਮ ਔਖੀ ਵਿਦਿਆ ਦੀ ਪ੍ਰਾਪਤੀ ਲਈ ਵਾਹਿਗੁਰੂ ਨੂੰ ਗਾਇਆ, ਉਹਨਾਂ ਨੂੰ ਫਿਰ ਉਹ ਵਿਦਿਆ ਵੀ ਪ੍ਰਾਪਤ ਹੋ ਜਾਂਦੀ ਹੈ ਜਿਹੜੀ ਬੜੀ ਕਠਿਨ ਹੁੰਦੀ ਹੈ। ਗਾਵੇ ਕੋ ਸਾਜ ਕਰੇ ਤਨ ਖੇਹ। ਕਿਸੇ ਨੇ ਆਤਮ ਗਿਆਨ ਦੀ ਸਾਜ ਸਾਜਣਾ ਵਾਸਤੇ ਉਸ ਵਾਹਿਗੁਰੂ ਦੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਹੈ। ਤੇ ਜਿਨ੍ਹਾਂ ਨੇ ਸਰੀਰ ਦੇ ਅਭਿਮਾਨ ਨੂੰ ਖੇ ਕਹੀਏ ਨਾਸ਼ ਕਰਨ ਵਾਸਤੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ, ਤੇ ਉਹ ਪੁਰਸ਼ ਜਿਹੜੇ ਗਾਉਂਦੇ ਨੇ ਪ੍ਰਮਾਤਮਾ ਨੂੰ, ਤੇ ਉਹਨਾਂ ਦੇ ਜਿਹੜੇ ਤਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਹੁੰਦਾ ਵੀ ਜਿਹੜਾ ਤਨ ਮਿਥਿਆ ਜਾਣਨ ਵਾਸਤੇ, ਸ੍ਰੇਸ਼ਟ ਬੁੱਧੀ ਨੂੰ ਪ੍ਰਾਪਤ ਕਰਨ ਵਾਸਤੇ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਗਾਉਂਦੇ ਨੇ। ਜਿਸ ਤਰ੍ਹਾਂ ਭਾਈ ਤਾਰੂ ਸਿੰਘ ਵਰਗੇ ਤਿਆਰ ਬਰ ਤਿਆਰ ਨਿਤਨੇਮੀ ਰਹਿਣ ਵਾਲੇ ਗੁਰੂ ਦੇ ਸਿੱਖ, ਉਹਨਾਂ ਨੇ ਗਾਇਆ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਵੀ ਸਾਨੂੰ ਨਾਮ ਦਾ ਰਸ ਪ੍ਰਾਪਤ ਹੋਵੇ, ਜਪ ਤਪ ਦੀ ਪ੍ਰਾਪਤੀ ਹੋਵੇ। ਤੇ ਜਿਨ੍ਹਾਂ ਨੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਗਾਇਆ
ਫਿਰ ਗੁਰਮੁਖ ਪਿਆਰਿਓ ਉਹਨਾਂ ਨੂੰ ਉਸ ਤਰ੍ਹਾਂ ਦੀ ਪ੍ਰਾਪਤੀ ਹੁੰਦੀ ਹੈ। ਦੇਖੋ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾਹ ਦਿੱਤਾ, 22 ਦਿਨ ਜਿਉਂਦੇ ਰਹੇ, ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਦੇ ਰਹੇ ਤੇ ਉਹਨਾਂ ਨੇ ਬਚਨ ਕੀਤਾ ਸੀ ਵੀ ਮੈਂ ਜ਼ਕਰੀਆ ਖਾਨ ਨੂੰ ਛਿੱਤਰਾਂ ਦੇ ਨਾਲ ਅੱਗੇ ਲਾ ਕੇ ਲੈ ਕੇ ਜਾਵਾਂਗਾ। ਉਸੇ ਤਰ੍ਹਾਂ ਹੀ ਹੋਇਆ ਤੇ ਨਰਕਾਂ ਦੇ ਵਿੱਚ ਜ਼ਕਰੀਆ ਖਾਨ ਨੂੰ ਸੁੱਟ ਕੇ ਫਤਿਹ ਜਾ ਕੇ ਫਿਰ ਸੱਚਖੰਡ ਗਏ ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਿਨ੍ਹਾਂ ਦੀਆਂ ਜਿੰਦਾਂ ਨਿੱਕੀਆਂ ਸੀ ਪਰ ਸਾਕੇ ਵੱਡੇ ਸੀ, ਤੇ ਗੁਰਮੁਖ ਪਿਆਰਿਓ ਦੇਹ ਅਭਿਮਾਨ ਤੋਂ ਨਿਰਲੇਪ ਰਹਿ ਕੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਆਦਿਕ ਬੇਅੰਤ ਗੁਰਸਿੱਖਾਂ ਨੇ ਦੇਹ ਅਧਿਆਸ ਤੋਂ ਪਰੇ ਹੋ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਇਸ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹਨਾਂ ਪੂਰਨ ਗੁਰਸਿੱਖਾਂ ਦੇ ਉੱਪਰ ਗੁਰਮੁਖ ਪਿਆਰਿਓ ਸਤਿਗੁਰੂ ਜੀ ਦੀ ਕਿਰਪਾ ਹੋਈ, ਕਿਉਂਕਿ ਉਹਨਾਂ ਨੇ ਗਾਇਆ ਹੀ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਇਸ ਕਰਕੇ ਸੀ ਕਿ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਵੀ ਸਾਨੂੰ ਇਹ ਪ੍ਰਾਪਤੀ ਹੋ ਜੇ ਵੀ ਸਰੀਰ ਦੇ ਅਭਿਮਾਨ ਨੂੰ ਅਸੀਂ ਨਾਸ ਕਰ ਦਈਏ। ਤੇ ਜਿਨ੍ਹਾਂ ਨੇ ਇਸ ਤਰ੍ਹਾਂ ਕਰਕੇ ਗਾਇਆ ਤੇ ਫਿਰ ਉਹਨਾਂ ਤੇ ਇਸ ਤਰ੍ਹਾਂ ਦੀ ਕਿਰਪਾ ਹੋਈ ਹੈ। ਗਾਵੇ ਕੋ ਜੀ ਲੈ ਫਿਰ ਦੇਹ, ਜਿਨ੍ਹਾਂ ਨੇ ਪਰ ਕਾਇਆ ਪ੍ਰਵੇਸ਼ ਸਿੱਧੀ ਵਾਸਤੇ ਗਾਉਣਾ ਕੀਤਾ ਤੇ ਉਹਨਾਂ ਨੂੰ ਫਿਰ ਉਹੋ ਜਿਹਾ ਹੀ ਫਲ ਜਿਹੜਾ ਹੈ ਉਹ ਪ੍ਰਾਪਤ ਹੁੰਦਾ। ਜਿਹੋ ਜੀ ਕੋਈ ਭਾਵਨਾ ਲੈ ਕੇ ਉਸ ਵਾਹਿਗੁਰੂ ਨੂੰ ਗਾਉਂਦਾ ਹੈ ਤੇ ਉਹਨਾਂ ਨੂੰ ਉਹੋ ਜਿਹਾ ਫਲ ਪ੍ਰਾਪਤ ਹੁੰਦਾ। ਜਿਵੇਂ ਮਛੰਦਰਨਾਥ ਕੋਲ ਇਹ ਪਰ ਕਾਇਆ ਪ੍ਰਵੇਸ਼ ਸਿੱਧੀ ਸੀ, ਉਹ ਸਿਵਨਾਹ ਸੰਗਲਾਦੀਪ ਦਾ ਜਿਹੜਾ ਰਾਜਾ ਜਿਹਦੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਇਹਦੇ ਪਿਤਾ ਦਾ ਨਾਮ ਅਮਰੂ ਸੀ ਤੇ ਜਦੋਂ ਅਮਰੂ ਰਾਜ ਨੇ ਦੇਹ ਤਿਆਗੀ ਤਾਂ ਮਛੰਦਰਨਾਥ ਨੇ ਪਰ ਕਾਇਆ ਪ੍ਰਵੇਸ਼ ਸਿੱਧੀ ਦੁਆਰਾ ਉਹਦੀ ਦੇਹ ਦੇ ਵਿੱਚ ਨਿਵਾਸ ਕੀਤਾ ਸੀ। ਸੋ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਦੀ ਕੋਈ ਭਾਵਨਾ ਨਾਲ ਗਾਉਂਦਾ ਹੈ ਉਸ ਵਾਹਿਗੁਰੂ ਨੂੰ ਤੇ ਉਹਨਾਂ ਨੂੰ ਉਹੋ ਜਿਹੀ ਪ੍ਰਾਪਤੀ ਹੋ ਜਾਂਦੀ ਹੈ, ਪਰ ਕਲਿਆਣ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਹੀ ਹੁੰਦੀ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਜਿਨ੍ਹਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਦੂਰ ਤੇ ਨੇੜੇ ਦੇ ਫਰਕ ਤੋਂ ਰਹਿਤ ਆਪਣਾ ਆਤਮਾ ਰੂਪ ਕਰਕੇ ਜਾਣਨ ਦੇ ਲਈ ਗਾਉਣਾ ਕੀਤਾ ਹੈ ਤੇ ਉਹਨਾਂ ਨੂੰ ਉਹੀ ਪ੍ਰਾਪਤ ਹੁੰਦਾ। ਜਿਵੇਂ ਭਗਤ ਰਵਿਦਾਸ ਮਹਾਰਾਜ ਜੀ ਨੂੰ ਪ੍ਰਾਪਤੀ ਹੋਈ ਹੈ, ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਏ ਸੋ ਹੋਈ। ਗਾਵੇ ਕੋ ਵੇਖੈ ਹਾਦਰਾ ਹਦੂਰ, ਜਿਨ੍ਹਾਂ ਨੇ ਵਾਹਿਗੁਰੂ ਨੂੰ ਹਾਦਰਾ ਦਾ ਅਰਥ ਹੁੰਦਾ ਨੇੜੇ, ਹਦੂਰ ਮਤਲਬ ਸਾਹਮਣੇ ਵੇਖ ਲਿਆ, ਉਹਨਾਂ ਨੂੰ ਉਹੋ ਜੀ ਪ੍ਰਾਪਤੀ ਹੋ ਗਈ। ਜਿਵੇਂ ਭਗਤ ਪ੍ਰਹਲਾਦ ਨੇ ਪਿਤਾ ਦੇ ਤੰਗ ਕਰਨ ਤੇ ਗੁਰਮੁਖ ਪਿਆਰਿਓ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਪ੍ਰਗਟ ਕਰਕੇ ਵੇਖ ਲੈਣਾ ਕੀਤਾ। ਕਥਨਾ ਕਥੀ ਨਾ ਆਵੇ ਟੋਟ, ਫਿਰ ਪ੍ਰਸ਼ਨ ਕੀਤਾ ਕਿਸੇ ਨੇ ਵੀ ਕਿ ਇੰਨੀਆਂ ਕਥਨ ਕਰਨ ਦੇ ਨਾਲ ਉਸ ਵਾਹਿਗੁਰੂ ਦੇ ਨਾਮ ਦੀ ਤੋਟ ਨਹੀਂ ਆਉਂਦੀ ਤੇ ਮਹਾਰਾਜ ਕਹਿੰਦੇ ਕਥਨਾ ਕਥੀ ਨਾ ਆਵੇ ਤੋਟ, ਪਰਮੇਸ਼ਰ ਦੀ ਕਥਾ ਕਰਨ ਕਰਕੇ ਤੋਟ ਨਹੀਂ ਆਉਂਦੀ ਤੇ ਕਿਉਂਕਿ ਉਸ ਵਾਹਿਗੁਰੂ ਦੀ ਕਥਾ ਬੇਅੰਤ ਹੈ। ਕਥ ਕਥ ਕਥੀ ਕੋਟੀ ਕੋਟ ਕੋਟ, ਤੇ ਕਾਥ ਕਥਾ ਕਰਨ ਵਾਲਿਆਂ ਨੇ ਬੇਅੰਤ ਕਥਨੀਆਂ ਕੀਤੀਆਂ ਨੇ ਤੇ ਕੋਟਨ ਕੋਟ ਜਨਮਾਂ ਦੇ ਵਿੱਚ ਤੇ ਕਰੋੜਾਂ ਜੁਗਤੀਆਂ ਕਰੋੜਾਂ ਰੂਪ ਧਾਰਨ ਕਰਕੇ ਉਸ ਵਾਹਿਗੁਰੂ ਦੀ ਕਥਾ ਕੀਤੀ। ਪਰ ਗੁਰਮੁਖ ਪਿਆਰਿਓ ਉਸ ਪਰਮੇਸ਼ਰ ਵਾਹਿਗੁਰੂ ਦੀ ਕਥਾ ਦਾ ਕੋਈ ਅੰਤ ਨਹੀਂ ਪਾ ਸਕਿਆ, ਤੋਟ ਨਹੀਂ ਆਉਂਦੀ ਹੈ। ਦੇਦਾ ਦੇ ਲੈਦੇ ਥਕ ਪਾਹੇ, ਮਹਾਰਾਜ ਕਹਿੰਦੇ ਜਿਹੜੇ ਜਗਿਆਸੂ ਜਨ ਜੂਨਾਂ ਦੀ ਭਰਮਣਾ ਵੱਲੋਂ ਸਾਰੇ ਸਾਧਨਾ ਤੋਂ ਥੱਕ ਕੇ ਹਉਮੈ ਨੂੰ ਛੱਡ ਕੇ ਉਪਦੇਸ਼ ਧਾਰਨ ਕਰਨ ਵਾਸਤੇ ਸਤਿਗੁਰਾਂ ਦੀ ਸ਼ਰਨ ਵਿੱਚ ਪੈਂਦੇ ਨੇ ਤੇ ਉਹਨਾਂ ਫਿਰ ਜਗਿਆਸੂਆਂ ਨੂੰ
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਦਿੰਦੇ ਨੇ। ਇਸ ਕਰਕੇ ਉਹ ਜਗਿਆਸਾ ਭਾਵ ਰੱਖਣ ਵਾਲੇ ਜਿਹੜੇ ਹੁੰਦੇ ਨੇ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ। ਜੁਗਾ ਜੁਗੰਤਰ ਖਾਹੀ ਖਾਹੇ। ਉਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਜੁਗਾਂ ਜੁਗਾਂ ਦੇ ਅੰਦਰ ਬ੍ਰਹਮ ਗਿਆਨੀ ਸੰਸਾਰ ਦੇ ਪਦਾਰਥਾਂ ਦੀ ਖਾਹਿਸ਼ ਖਾਹੀ ਖਾਣੇ ਯੋਗ ਹੈ, ਭਾਵ ਮੇਟਣ ਯੋਗ ਹੈ, ਇਸ ਨੂੰ ਖਾਹੇ ਖਾ ਜਾਂਦੇ ਹਨ। ਹੁਕਮੀ ਹੁਕਮ ਚਲਾਏ ਰਾਹੋ। ਉਹ ਇਹ ਕੰਮ ਕਰਦੇ ਨੇ ਕਿ ਪਰਮੇਸ਼ਰ ਦੇ ਹੁਕਮ ਵਿੱਚ ਚੱਲ ਕੇ ਤੇ ਆਪਾ ਭਾਣਾ ਮੰਨਦੇ ਨੇ ਤੇ ਸੰਸਾਰ ਦੇ ਜੀਵਾਂ ਨੂੰ ਵਾਹਿਗੁਰੂ ਦੇ ਹੁਕਮ ਭਾਣੇ ਦੇ ਰਸਤੇ ਵਿੱਚ ਚਲਾਉਂਦੇ ਨੇ, ਹੁਕਮ ਦੇ ਵਿੱਚ ਉਹਨਾਂ ਨੂੰ ਤੋਰਦੇ ਨੇ ਪ੍ਰਮਾਤਮਾ ਦੇ ਰਾਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਪਰਮਾਰਥ ਦੇ ਰਾਹ ਤੇ ਚਲਾਇਆ। ਜਿਵੇਂ ਉਪਾਸਨਾ, ਭਗਤੀ, ਗਿਆਨ, ਸ਼ਰਵਣ, ਮਨਨ, ਅਧਿਆਸਨ, ਤਤ ਤਵੰਗ ਦਾ ਸੰਸ਼ੋਧਨ, ਬ੍ਰਹਮ ਵਿਦਿਆ ਆਦਿਕ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਇਹ ਰਸਤੇ ਨੇ ਸਾਰੇ। ਇਹਨਾਂ ਰਸਤਿਆਂ ਦੇ ਵਿੱਚ ਤੇ ਉਹ ਅਧਿਕਾਰੀ ਨੂੰ ਫਿਰ ਚਲਾਉਣਾ ਕਰਦੇ ਹਨ ਤੇ ਇਸੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਨਾਨਕ ਵਿਗਸੈ ਵੇ ਪਰਵਾਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਐਸੇ ਬੇਪਰਵਾਹ ਹੋ, ਬੇਮੁਹਤਾਜ ਬ੍ਰਹਮ ਗਿਆਨੀ ਆਪਣਾ ਆਤਮਿਕ ਸਰੂਪ ਵੇਖ ਕੇ ਵਿਗਸੈ ਖਿੜਦੇ ਨੇ, ਆਨੰਦ ਦੇ ਸਹਿਤ ਹੋ ਜਾਂਦੇ ਨੇ। ਸੋ ਇਸ ਕਰਕੇ ਉਹ ਸਦਾ ਹੀ ਪ੍ਰਸੰਨ ਰਹਿੰਦੇ ਨੇ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰਕੇ। ਸੋ ਇਹ ਆਪਾਂ ਤੀਜੀ ਪੌੜੀ ਦੀ ਵਿਚਾਰ ਕੀਤੀ ਆ। ਸਤਿਕਾਰਯੋਗ ਸੰਤ ਗਿਆਨੀ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖਾਂ ਨੇ ਬੜੇ ਸੋਹਣੇ ਸਟੀਕ ਲਿਖੇ, ਅਰਥ ਲਿਖੇ ਨੇ, ਉਹਨਾਂ ਦਾ ਵੀ ਆਪਾਂ ਜਿਹੜੇ ਪਾਵਨ ਉਹਨਾਂ ਨੇ ਅਰਥ ਕੀਤੇ ਨੇ। ਉਹਨਾਂ ਨੇ ਵਿਦਿਆ, ਮਹਾਨ ਵਿਦਿਆ ਉਹਨਾਂ ਨੇ ਪੜ੍ਹੀ ਆ ਜਿਹੜੀ, ਸੋ ਉਹਨਾਂ ਨੇ ਇਹ ਆਪਾਂ ਨੂੰ ਸਿੱਖਣ ਵਾਲਿਆਂ ਨੂੰ ਉਹਨਾਂ ਨੇ ਜਿਹੜੇ ਅਰਥ ਲਿਖੇ ਨੇ ਉਹਨਾਂ ਦੀ ਵੀ ਆਪਾਂ ਸਹਾਇਤਾ ਨਾਲ ਲੈ ਕੇ ਚੱਲਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ। ਉਹਨਾਂ ਮਹਾਂਪੁਰਖਾਂ ਦਾ ਵੀ ਧੰਨਵਾਦ ਕਰਦੇ ਹਾਂ। ਸੋ ਵਿਚਾਰਾਂ ਕਰਦਿਆਂ ਤੋਂ, ਅਰਥ ਭਾਵ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਬਾਣੀ ਪੜ੍ਹਦਿਆਂ ਤੋਂ। ਸਤਿਗੁਰੂ ਜੀ ਕਿਰਪਾ ਕਰਨ। ਸੋ ਇਹ ਉਪਦੇਸ਼ ਆਪਣੇ ਹਿਰਦਿਆਂ ਦੇ ਵਿੱਚ ਵਸ ਜਾਵੇ ਤੇ ਆਪਣਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇ। ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਇੱਥੇ ਹੀ ਹੁਣ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹੁਕਮੇ ਹੁਕਮ ਚਲਾਏ ਰਾਹੋ। ਨਾਨਕ ਬਿਗਸੈ ਵੇ ਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।